ਸਾਂਝ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ। ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਵੀਡੀਓ ਹੈ ਸਭ ਤੋਂ ਪਹਿਲਾਂ ਮਿਲਦੀ ਰਹੇ। ਉਮੀਦ ਕਰਦਾ ਹਾਂ ਕਿ ਇਸ ਚੈਨਲ 'ਤੇ ਪਾਈਆਂ ਜਾਣ ਵਾਲੀਆਂ ਵੀਡੀਓ ਤੁਹਾਡੇ ਲਈ ਕਾਫੀ ਹੈਲਪ ਹੋ ਰਹੀਆਂ ਹੋਣਗੀਆਂ, ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੋ। ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਤੁਸੀਂ ਨਾ ਭੁੱਲਿਆ ਕਰੋ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਨਿਊ ਆਈਡੀਆਜ਼। ਇਸ ਤੋਂ ਪਹਿਲਾਂ ਅਸੀਂ ਹਿਸਟਰੀ ਦੇ ਕਾਫੀ ਸਾਰੇ ਜਿਹੜੇ ਪੁਆਇੰਟਸ ਆ ਉਹ ਡਿਸਕਸ ਕਰ ਚੁੱਕੇ ਹਾਂ। 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਜਿਹੜੇ ਇੰਪੋਰਟੈਂਟ MCQ ਸੀਗੇ ਉਹ ਵੀ ਅਸੀਂ ਸਾਰੇ ਜਿਹੜੇ ਡਿਸਕਸ ਕਰ ਲਏ ਨੇ। ਇਸ ਤੋਂ ਇਲਾਵਾ ਅਸੀਂ ਕੁਝ ਟੌਪਿਕ ਜਿਹੜੇ ਪਹਿਲੇ ਤਿੰਨ ਉਹ ਵੀ ਕੰਪਲੀਟ ਕਰ ਲਏ ਹੈਗੇ ਨੇ ਔਰ ਨੈਕਸਟ ਟੌਪਿਕ ਜਿਹੜਾ ਹੈ ਨਿਊ ਆਈਡੀਆਜ਼ ਵਾਲਾ ਅਸੀਂ ਸ਼ੁਰੂ ਕੀਤਾ ਹੈ। ਠੀਕ ਹੈ, ਅਸੀਂ ਇੱਕ ਦਿਨ ਦੇ ਵਿੱਚ ਇੱਕ ਟੌਪਿਕ ਜਿਹੜਾ ਹੈ ਉਹ ਕੰਪਲੀਟ ਕਰ ਦਿਆ ਕਰਾਂਗੇ। ਜਿੰਨੇ ਵੀ ਉਹਦੇ MCQ ਬਣਿਆ ਕਰਨਗੇ ਕੋਸ਼ਿਸ਼ ਕਰਿਆ ਕਰਾਂਗੇ ਕਿ ਉਹ ਸਾਰੇ ਦੇ ਸਾਰੇ ਉਸ ਦੇ ਵਿੱਚ ਕਵਰ ਕਰ ਲਿਆ ਕਰੀਏ। ਠੀਕ ਹੈ, ਉਦੋਂ ਤੱਕ ਜਿਹੜਾ ਪੇਪਰ ਤੱਕ ਆਪਾਂ ਸਾਰਾ ਸਿਲੇਬਸ ਹੈ SST ਦਾ ਪੂਰਾ ਕੰਪਲੀਟ ਕਰ ਲਵਾਂਗੇ। ਜੇਕਰ ਤੁਸੀਂ ਇਹਨਾਂ ਦੀਆਂ PDF ਲੈਣੀ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਕੰਟੈਕਟ ਨੰਬਰ ਦਿੱਤਾ ਹੈ ਉੱਥੇ ਕੰਟੈਕਟ ਕਰ ਸਕਦੇ ਹੋ। ਤੁਹਾਨੂੰ ਉੱਥੋਂ ਸਾਰੀਆਂ PDF ਜਿਹੜੀਆਂ ਇਹ ਕਲਾਸਾਂ ਲੱਗੀਆਂ ਹੋਈਆਂ ਨੇ ਉਹ ਮਿਲ ਜਾਣਗੀਆਂ। ਓਕੇ, ਇਸ ਤੋਂ ਪਹਿਲਾਂ 11 ਪਾਰਟ ਜਿਹੜੇ ਆ ਉਹ ਕੰਪਲੀਟ ਹੋ ਚੁੱਕੇ ਨੇ, ਉਹ ਵੀ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਓਕੇ, ਨੈਕਸਟ ਹੈ ਜੀ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਜਿੰਨੀਆਂ ਕਲਾਸਾਂ ਲੱਗੀਆਂ ਹੋਈਆਂ ਨੇ ਉਹਨਾਂ ਸਾਰਿਆਂ ਦੀ PDF ਤੁਹਾਨੂੰ ਮਿਲ ਜਾਵੇਗੀ। ਠੀਕ ਹੈ, ਇਹ ਗਰੁੱਪ ਜਿਹੜਾ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਫਸਟ ਕੁਐਸਚਨ ਹੈ ਜੀ, ਧਿਆਨ ਰੱਖਿਓ ਕਿ ਇਸ ਤੋਂ ਪਹਿਲਾਂ 670 ਕੁਐਸਚਨ ਜਿਹੜੇ ਹਿਸਟਰੀ ਦੇ ਉਹ ਕੰਪਲੀਟ ਹੋ ਚੁੱਕੇ ਨੇ ਅਤੇ ਆਪਾਂ ਟਾਰਗੇਟ ਜਿਹੜਾ ਹੈ ਉਹ 4500 ਕੁਐਸਚਨਾਂ ਦਾ ਰੱਖਿਆ ਹੋਇਆ ਸੀਗਾ ਟੋਟਲ, ਜਿਹਦੇ ਵਿੱਚ ਹਿਸਟਰੀ, ਜਿਓਗ੍ਰਾਫੀ, ਪੋਲੀਟੀਕਲ, ਠੀਕ ਹੈ, ਇਹ ਤਿੰਨਾਂ ਦੀ ਗੱਲ ਕੀਤੀ ਗਈ ਸੀ ਕਿ 1500 ਕੁਐਸਚਨ ਆਪਾਂ ਕਰਾਂਗੇ। ਇਸ 'ਤੇ ਜਿਹੜਾ 670 ਕੁਐਸਚਨ ਇਸ ਤੋਂ ਪਹਿਲਾਂ ਕੰਪਲੀਟ ਹੋ ਚੁੱਕੇ ਹੈਗੇ ਨੇਗੇ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਇਹ ਸਾਰੇ ਜਿਹੜੇ ਅੱਜ ਦੇ ਸੈਸ਼ਨ ਆ, ਅੱਜ ਵਾਲਾ ਸੈਸ਼ਨ ਨਿਊ ਆਈਡੀਆਜ਼ ਦੇ ਨਾਲ ਸੰਬੰਧਿਤ ਹੈ। ਕਿਸ ਨੇ ਅਤੇ ਕਿਸ ਤਰੀਕੇ ਦੇ ਜਿਹੜੇ ਹੈ ਨਾ ਆਈਡੀਆਜ਼ ਲੈ ਕੇ ਆਉਂਦੇ ਉਹ ਸਾਰਾ ਕੁਝ ਇਸ ਦੇ ਵਿੱਚ ਇਨਕਲੂਡ ਰਹੇਗਾ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਬੁੱਧ ਧਰਮ ਦਾ ਸੰਸਥਾਪਕ ਕੌਣ ਸੀ ਜੀ? ਬੁੱਧ ਧਰਮ ਦਾ ਜਿਹੜਾ ਸੰਸਥਾਪਕ ਸੀਗਾ ਉਹ ਮਹਾਤਮਾ ਬੁੱਧ ਸੀ। ਇਸ ਵਿਅਕਤੀ ਨੇ ਜਿਹੜਾ ਹੈ, ਇਸ ਮਹਾਨ ਸ਼ਖਸੀਅਤ ਨੇ ਜਿਹੜਾ ਹੈ ਬੁੱਧ ਧਰਮ ਦੀ ਸਥਾਪਨਾ ਕੀਤੀ ਸੀ। ਇੱਕ ਚੀਜ਼ ਹੋਰ ਧਿਆਨ ਰੱਖਿਓ ਕਿ ਜਿਹੜੀ ਪੰਜਾਬ ਦੀ ਹਿਸਟਰੀ ਹੈ ਨਾ ਉਹਦੀ ਮੈਂ ਕਲਾਸ ਕੋਸ਼ਿਸ਼ ਕਰਾਂਗਾ ਕਿ ਲਗਾ ਸਕਾਂਗੇ, ਨਹੀਂ ਤਾਂ ਉਹਦੀਆਂ ਸਾਰੀਆਂ ਕਲਾਸਾਂ ਅਤੇ ਸਾਰੀ PDF ਜਿਹੜੀ ਉਹ ਕੰਪਲੀਟ ਬਣੀ ਪਈ ਆ, ਉਹ ਤੁਸੀਂ PDF ਵੀ ਲੈ ਸਕਦੇ ਹੈਗੇ ਹੋ ਅਤੇ ਪਲੇਲਿਸਟ ਵੀ ਬਣੀ ਹੋਈ ਹੈਗੀ ਜਿਹਦੇ ਵਿੱਚ ਥਿਊਰੀ ਪਲੱਸ MCQ ਦੋਨੋਂ ਹੈਗੇ ਨੇ। ਤਾਂ ਤੁਸੀਂ ਉੱਥੋਂ ਜਾ ਕੇ ਉਹ ਦੇਖ ਲੈਣਾ। ਮੈਂ ਇੱਥੇ ਕੋਸ਼ਿਸ਼ ਕਰਾਂਗਾ ਕਿ ਆਈ ਬਟਨ ਦੇ ਵਿੱਚ ਐਡ ਕਰ ਦੇਵਾਂਗਾ ਉਸਨੂੰ, ਨਹੀਂ ਤਾਂ ਲਾਸਟ ਦੇ ਵਿੱਚ ਜਿਹੜੀਆਂ ਵੀਡੀਓਜ਼ ਆਉਂਦੀਆਂ ਹੋਈਆਂ ਨੇ ਉੱਥੇ ਤੁਹਾਨੂੰ ਐਡ ਕਰਕੇ ਦੇਵਾਂਗਾ। ਠੀਕ ਹੈ, ਤਾਂ ਤੁਸੀਂ ਪੰਜਾਬ ਬਾਰੇ ਜਿਹੜਾ ਹੈ ਪੂਰੀ ਦੀ ਪੂਰੀ ਵੀਡੀਓਜ਼ ਉੱਥੋਂ ਸੁਣ ਸਕਦੇ ਹੋ। ਬਹੁਤ ਸਾਰੇ ਜਿਹੜੇ MCQs ਦੇ ਵਿੱਚ ਬਣਾਏ ਹੋਏ ਨੇ ਅਤੇ ਸਾਰੀ ਜਿਹੜੀ ਹਿਸਟਰੀ ਹੈ ਪੰਜਾਬ ਦੀ ਉਹ ਡਿਸਕਸ ਕੀਤੀ ਹੋਈ ਹੈ। ਤਾਂ ਉੱਥੋਂ ਤੁਸੀਂ ਉਸਨੂੰ ਪੂਰੀ ਨੂੰ ਜਿਹੜਾ ਹੈ ਕਵਰ ਕਰ ਸਕੋਗੇ। ਓਕੇ, ਨੈਕਸਟ ਹੈ ਜੀ, ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ ਜੀ? ਮਹਾਤਮਾ ਬੁੱਧ ਦਾ ਜਿਹੜਾ ਜਨਮ ਹੈ ਇਹ 567 ਈਸਵੀ ਪੂਰਵ ਦੇ ਵਿੱਚ ਹੋਇਆ ਸੀਗਾ ਜੀ। ਮਹਾਤਮਾ ਬੁੱਧ ਦੇ ਦੁਆਰਾ ਇੱਕ ਬਹੁਤ ਹੀ ਮਹੱਤਵਪੂਰਨ ਧਰਮ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ, ਜਿਸ ਨੂੰ ਬੁੱਧ ਧਰਮ ਦੇ ਨਾਮ ਨਾਲ ਜਿਹੜਾ ਹੈ ਨਾ ਬਾਅਦ ਦੇ ਵਿੱਚ ਜਾਣਿਆ ਜਾਣ ਲੱਗ ਗਿਆ ਸੀ। ਨੈਕਸਟ ਹੈ ਜੀ, ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ? ਇਹ ਵੀ ਬਹੁਤ ਵਾਰ ਪੁੱਛਿਆ ਜਾਂਦਾ ਹੈ। ਇਹ ਲੁੰਬਨੀ ਨਾਮ ਦੇ ਸਥਾਨ ਦੇ ਵਿੱਚ ਹੋਇਆ ਸੀਗਾ ਜੀ ਮਹਾਤਮਾ ਬੁੱਧ ਦਾ ਜਨਮ। ਨੈਕਸਟ ਹੈ, ਮਹਾਤਮਾ ਬੁੱਧ ਜੀ ਦੇ ਪਿਤਾ ਦਾ ਨਾਮ ਕੀ ਸੀ ਜੀ? ਇਹਨਾਂ ਦੇ ਪਿਤਾ ਦਾ ਨਾਮ ਸੀ ਸੰਸ਼ੋਧਨ। ਇਹਨਾਂ ਪਹਿਲੇ 4 ਪੁਆਇੰਟ ਤਾਂ ਬਹੁਤ ਇੰਪੋਰਟੈਂਟ ਨੇ। ਇਹਦੇ ਵਿੱਚ ਨਾ ਅਕਸਰ ਪੁੱਛਦਾ ਹੀ ਰਹਿੰਦੇ ਆ ਐਗਜ਼ਾਮੀਨਰ ਕਿ ਕਿਸ ਤਰ੍ਹਾਂ ਦੇ ਹੈ ਨਾ, ਕਿ ਕਿਸ ਨੇ ਸਥਾਪਨਾ ਕੀਤੀ ਹੈ, ਕਦੋਂ ਜਨਮ ਹੋਇਆ, ਕਿੱਥੇ ਜਨਮ ਹੋਇਆ, ਕੌਣ ਉਸਦੇ ਪਿਤਾ ਸੀਗੇ, ਕਿਸ ਦੇ ਨਾਲ ਵਿਆਹ ਹੋਇਆ, ਕੌਣ ਪੁੱਤਰ ਸੀ ਜਾਂ ਪੁੱਤਰੀ ਸੀ। ਇਹੋ ਜਿਹੇ ਕੁਐਸਚਨ ਤੁਹਾਨੂੰ ਇਹਨਾਂ ਚੋਂ ਇੱਕ ਅੱਧਾ ਜ਼ਰੂਰ ਆਵੇਗਾ। ਨੈਕਸਟ ਹੈ, ਮਹਾਤਮਾ ਬੁੱਧ ਦੇ ਬਚਪਨ ਦਾ ਨਾਮ ਕੀ ਸੀ ਜੀ? ਤਾਂ ਮਹਾਤਮਾ ਬੁੱਧ ਦੇ ਬਚਪਨ ਦਾ ਨਾਮ ਸਿਧਾਰਥ ਸੀਗਾ। ਓਕੇ, ਸੰਸ਼ੋਧਨ ਜਿਹੜਾ ਹੈ ਇੱਕ ਰਾਜਾ ਸੀਗਾ, ਇਹ ਵੀ ਯਾਦ ਰੱਖਣਾ। ਠੀਕ ਹੈ, ਤਾਂ ਰਾਜੇ ਦਾ ਪੁੱਤਰ ਸੀਗਾ ਜੀ ਸਿਧਾਰਥ, ਬਟ ਫਿਰ ਵੀ ਮਹਾਤਮਾ ਵਾਲੀ ਜ਼ਿੰਦਗੀ ਜਿਹੜੀ ਹੈ ਜੀ, ਜਿਹਦੇ ਵਿੱਚ ਉਹਨੇ ਕਠੋਰ ਤਪ ਕੀਤਾ, ਇੱਕ ਅਜਿਹੇ ਧਰਮ ਦੀ ਸਥਾਪਨਾ ਕੀਤੀ ਹੈ ਨਾ ਜੋ ਦੁਨੀਆ ਤੋਂ ਹੋਰ ਵੱਖਰਾ ਹੀ ਸੀਗਾ। ਨੈਕਸਟ ਹੈ ਜੀ, ਮਹਾਤਮਾ ਬੁੱਧ ਦਾ ਪਾਲਣ ਪੋਸ਼ਣ ਕਿਸ ਨੇ ਕੀਤਾ ਸੀ ਜੀ? ਉਹਨਾਂ ਦਾ ਪਾਲਣ ਪੋਸ਼ਣ ਜਿਹੜਾ ਹੈ ਪ੍ਰਜਾਪਤੀ ਗੌਤਮੀ ਨੇ ਕੀਤਾ ਸੀ, ਜੋ ਕਿ ਉਹਨਾਂ ਦੀ ਮਾਸੀ ਸੀ, ਕਿਉਂਕਿ ਜਨਮ ਤੋਂ ਕੁਛ ਦਿਨਾਂ ਬਾਅਦ ਹੀ ਉਸਦੇ ਮਾਤਾ ਜੀ ਜਿਹੜੇ ਉਹ ਗੁਜ਼ਰ ਗਏ ਸੀ। ਫਿਰ ਉਹਦਾ ਪਾਲਣ ਪੋਸ਼ਣ ਜਿਹੜਾ ਹੈ ਉਸਦੀ ਮਾਸੀ ਪ੍ਰਜਾਪਤੀ ਗੌਤਮ ਨੇ ਕੀਤਾ ਸੀ। ਨੈਕਸਟ ਹੈ ਜੀ, ਮਹਾਤਮਾ ਬੁੱਧ ਦਾ ਵਿਆਹ ਕਿਸ ਨਾਲ ਹੋਇਆ ਸੀ ਜੀ? ਉਹਨਾਂ ਦੀ ਪਤਨੀ ਦਾ ਨਾਮ ਸੀ ਯਸ਼ੋਧਰਾ। ਠੀਕ ਹੈ, ਇਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਵਿਆਹ ਉਹ ਕਰ ਦਿੱਤਾ ਗਿਆ ਸੀਗਾ। ਨੈਕਸਟ ਹੈ ਜੀ, ਮਹਾਤਮਾ ਬੁੱਧ ਜੀ ਦੇ ਪੁੱਤਰ ਦਾ ਨਾਮ ਕੀ ਸੀ? ਇਹ ਵੀ ਬਹੁਤ ਵਾਰ ਪੁੱਛਿਆ ਜਾਂਦਾ ਹੈ। ਤਾਂ ਇਹਨਾਂ ਦੇ ਪੁੱਤਰ ਦਾ ਨਾਮ ਸੀਗਾ ਜੀ ਰਾਹੁਲ।
ਰਾਹੁਲ ਜਿਹੜਾ ਹੈ ਉਹਨਾਂ ਦੇ ਪੁੱਤਰ ਦਾ ਨਾਮ ਸੀਗਾ। ਪਿਤਾ ਦਾ ਨਾਮ ਸ਼ਸ਼ੋਧਨ ਸੀ, ਪਤਨੀ ਦਾ ਨਾਮ ਯਸ਼ੋਧਰਾ ਸੀਗਾ, ਜਿਸ ਨੇ ਇਸ ਦਾ ਪਾਲਣ ਪੋਸ਼ਣ ਕੀਤਾ ਸੀ ਉਹਦਾ ਨਾਮ ਪ੍ਰਜਾਪਤੀ ਗੌਤਮ ਸੀਗਾ। ਨੈਕਸਟ ਹੈ ਮਹਾਤਮਾ ਬੁੱਧ ਜੀ ਨੇ ਕਿੰਨੇ ਦ੍ਰਿਸ਼ ਦੇਖੇ ਸੀਗੇ, ਜਿਸ ਤੋਂ ਬਾਅਦ ਉਹਨਾਂ ਨੇ ਸਾਰਾ ਕੁਝ ਹੀ ਚੇਂਜ ਕਰ ਦਿੱਤਾ, ਉਹਨਾਂ ਦੀ ਸਾਰੀ ਲਾਈਫ ਦੇ ਵਿੱਚ ਹੀ ਪਰਿਵਰਤਨ ਹੋ ਗਿਆ ਸੀਗਾ। ਠੀਕ ਹੈ, ਤਾਂ ਮਹਾਤਮਾ ਬੁੱਧ ਦੇ ਦੁਆਰਾ 4 ਦ੍ਰਿਸ਼ ਦੇਖੇ ਗਏ ਸੀਗੇ। ਇਹਨਾਂ 4 ਦ੍ਰਿਸ਼ਾਂ ਦਾ ਮਹਾਤਮਾ ਬੁੱਧ ਦੇ ਉੱਪਰ ਇੰਨਾ ਜ਼ਿਆਦਾ ਇਫੈਕਟ ਪਿਆ ਕਿ ਉਸਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਨਾ ਇਹਨਾਂ 4 ਦ੍ਰਿਸ਼ਾਂ ਨੂੰ ਮੁੱਖ ਰੱਖ ਕੇ ਆਪਣੇ ਅਲੱਗ ਤੋਂ ਹੀ ਸਿਧਾਂਤ ਬਣਾ ਦਿੱਤੇ, ਜੋ ਬਾਅਦ ਦੇ ਵਿੱਚ ਬੁੱਧ ਧਰਮ ਦੇ ਸਿਧਾਂਤ ਦੇ ਨਾਲ ਜਾਣੇ ਜਾਣ ਲੱਗ ਗਏ। ਓਕੇ, ਇਹ 4 ਦ੍ਰਿਸ਼ ਦੇਖੇ ਸੀ। ਇਹਨਾਂ 4 ਦ੍ਰਿਸ਼ਾਂ ਦੇ ਵਿੱਚ ਕਿਹੜੇ ਕਿਹੜੇ ਦ੍ਰਿਸ਼ ਦੇਖੇ ਸੀ ਇਹ ਵੀ ਨੋਟ ਕਰ ਲਿਓ, ਕਿਉਂਕਿ ਇਹਨਾਂ ਦੇ ਵਿੱਚੋਂ ਵੀ ਅਕਸਰ ਉਹ ਪੁੱਛ ਲੈਂਦੇ ਨੇ ਕਿ ਕੀ ਦੇਖਿਆ ਸੀ ਜਾਂ ਕੀ ਨਹੀਂ ਦੇਖਿਆ ਸੀਗਾ। ਓਕੇ, ਤਾਂ ਉਹਨਾਂ ਨੇ ਕੀ ਕੀਤਾ ਸੀ, 4 ਦ੍ਰਿਸ਼ ਦੇਖੇ ਸੀ। 4 ਦ੍ਰਿਸ਼ਾਂ ਦੇ ਵਿੱਚੋਂ ਪਹਿਲਾਂ ਇੱਕ ਬੁੱਢਾ ਆਦਮੀ ਦੇਖਿਆ ਜੋ ਕਿ ਦੁਖੀ ਲੱਗ ਰਿਹਾ ਸੀਗਾ। ਉੱਥੋਂ ਵੀ ਉਹਨੂੰ ਵੀ ਲੱਗਿਆ ਕਿ ਯਾਰ ਇਹ ਵੀ ਦੁਖੀ ਹੈ ਨਾ ਇਸ ਤਰ੍ਹਾਂ ਦਾ, ਤਾਂ ਉਹਨਾਂ ਨੇ ਇੱਥੋਂ ਵੀ ਜਿਹੜਾ ਹੈ ਨਾ ਲੱਗਿਆ ਕਿ ਯਾਰ ਬੁਢਾਪੇ ਦੇ ਵਿੱਚ ਵੀ ਦੁੱਖ ਹੋਊਗਾ। ਫਿਰ ਉਹਨਾਂ ਨੇ ਇੱਕ ਰੋਗੀ ਬੰਦਾ ਦੇਖਿਆ, ਔਰ ਰੋਗੀ ਨੂੰ ਦੇਖ ਕੇ ਵੀ ਉਹਨਾਂ ਦੇ ਮਨ 'ਤੇ ਅਸਰ ਹੋਇਆ ਕਿ ਯਾਰ ਜੇ ਬਿਮਾਰ ਹੋ ਗਈ ਜਾਂ ਰੋਗੀ ਵਾਲਾ ਜੀਵਨ ਹੈ ਉਹ ਵੀ ਬੜਾ ਕਸ਼ਟ ਵਾਲਾ ਹੈਗਾ ਗਾ। ਫਿਰ ਇਸ ਤੋਂ ਬਾਅਦ ਉਹਨਾਂ ਨੇ ਇੱਕ ਆਦਮੀ ਦੀ ਅਰਥੀ ਦੇਖੀ, ਜਿਹਦੇ ਵਿੱਚ ਉਹਨੇ ਦੇਖਿਆ ਕਿ ਆਦਮੀ ਜਿਹੜਾ ਹੈ ਪਹਿਲਾਂ ਬੁੱਢਾ ਹੋਇਆ, ਫਿਰ ਰੋਗੀ ਹੋਇਆ ਅਤੇ ਫਿਰ ਬਿਮਾਰ ਹੋ ਗਿਆ, ਔਰ ਬਿਮਾਰ ਹੋਣ ਤੋਂ ਬਾਅਦ ਉਹ ਮਰ ਗਿਆ ਅਤੇ ਫਿਰ ਉਸਨੂੰ ਸੈਂਤਿਆ ਗਿਆ, ਜਾਣੀ ਮਾਰਿਆ ਗਿਆ। ਠੀਕ ਹੈ, ਸੰਸਕਾਰ ਕੀਤਾ ਗਿਆ, ਔਰ ਆਖਿਰ ਦੇ ਵਿੱਚ ਫਿਰ ਇੱਕ ਮੁਲਾਕਾਤ ਉਸਦੀ ਇੱਕ ਸਾਧੂ ਦੇ ਨਾਲ ਹੁੰਦੀ ਹੈ ਜੋ ਬੜਾ ਖੁਸ਼ ਨਜ਼ਰ ਆ ਰਿਹਾ ਸੀ, ਕੋਈ ਚਿੰਤਾ ਨਹੀਂ ਸੀ, ਕੋਈ ਫਿਕਰ ਨਹੀਂ ਸੀਗੀ, ਕਿਉਂਕਿ ਸਾਧੂ ਨੂੰ ਕਾਹਦੀ ਟੈਨਸ਼ਨ ਹੋਣੀ ਹੈ, ਕਿਸੇ ਬਾਲ ਬੱਚੇ ਦੀ ਟੈਨਸ਼ਨ ਤਾਂ ਹੈ ਨਹੀਂ ਸੀਗੀ। ਇਸ ਕਰਕੇ ਜਿਹੜਾ ਸੀਗਾ ਅਤੇ ਉਹ ਸਾਧੂ ਨੂੰ ਉਹਨੂੰ ਲੱਗਦਾ ਹੈ ਕਿ ਸਾਧੂ ਜਿਹੜਾ ਹੈ ਉਹ ਬੜਾ ਅੱਛਾ ਜੀਵਨ ਹੈ, ਜਿਹਦੇ ਵਿੱਚ ਕੋਈ ਚਿੰਤਾ ਜਿਹੜੀ ਹੈ ਨਹੀਂ ਹੁੰਦੀ ਗੀ। ਇਸ ਕਰਕੇ ਫਿਰ ਉਹਨੇ ਸਾਧੂਆਂ ਵਾਲਾ ਜਿਹੜਾ ਜੀਵਨ ਆ ਉਹ ਬਤੀਤ ਕਰਨਾ ਸ਼ੁਰੂ ਕਰ ਦਿੱਤਾ, ਕਠੋਰ ਤਪ ਕੀਤਾ ਅਤੇ ਫਿਰ ਉਹਦੇ ਵਿੱਚ ਹੀ ਜਿਹੜਾ ਆਪਣਾ ਜੀਵਨ ਆ ਉਹ ਨਿਰਵਾਹ ਕਰਦਾ ਰਿਹਾ। ਨੈਕਸਟ ਹੈ ਜੀ ਮਹਾਤਮਾ ਬੁੱਧ ਦੇ ਮਹਾਨ ਤਿਆਗ। ਮਹਾਤਮਾ ਬੁੱਧ ਨੇ ਮਹਾਨ ਤਿਆਗ ਜਿਹੜਾ ਹੈ ਉਹ ਕਿੰਨੇ ਸਾਲ ਦੀ ਉਮਰ ਦੇ ਵਿੱਚ ਕੀਤਾ ਸੀ ਜੀ? ਸੋ 29 ਸਾਲ ਦੀ ਉਮਰ ਦੇ ਵਿੱਚ ਇਹ ਤਿਆਗ ਕੀਤਾ ਸੀ। ਮਹਾਨ ਤਿਆਗ ਦਾ ਮਤਲਬ ਹੈ ਕਿ ਇਸ ਦਿਨ ਜਿਹੜਾ ਹੈ ਉਸਨੇ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਸੀਗਾ ਅਤੇ ਸੰਸਾਰ ਦੇ ਵਿੱਚ ਇਸ ਮੋਹ ਮਾਇਆ ਤੋਂ ਦੂਰ ਹੋ ਕੇ ਜਿਹੜਾ ਭਗਤੀ ਦੇ ਵਿੱਚ ਚਲਾ ਗਿਆ ਸੀ। ਇਸੇ ਚੀਜ਼ ਨੂੰ ਹੀ ਬੁੱਧ ਧਰਮ ਦੇ ਵਿੱਚ ਮਹਾਨ ਤਿਆਗ ਕਿਹਾ ਜਾਂਦਾ ਹੈ, ਜਾਣੀ ਕਿ ਆਪਣੇ ਘਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਚਲਾ ਗਿਆ ਸੀ। ਨੈਕਸਟ ਹੈ ਮਹਾਤਮਾ ਬੁੱਧ ਨੇ ਕਿੰਨੇ ਸਾਲ ਤੱਕ ਕਠੋਰ ਤਪ ਕੀਤਾ ਜੀ? ਸੋ 6 ਸਾਲਾਂ ਤੱਕ ਲਗਾਤਾਰ ਜਿਹੜਾ ਹੈ ਉਹਨਾਂ ਨੇ ਕਠੋਰ ਤਪ ਕੀਤਾ ਸੀ ਤਾਂ ਕਿ ਉਹ ਗਿਆਨ ਨੂੰ ਜਿਹੜਾ ਹੈ ਪ੍ਰਾਪਤ ਕਰ ਸਕੇ। ਨੈਕਸਟ ਹੈ ਸਿਧਾਰਥ ਨੂੰ ਸਰਵਉੱਚ ਗਿਆਨ ਦੀ ਪ੍ਰਾਪਤੀ ਕਦੋਂ ਹੋਈ? ਸਰਵਉੱਚ ਗਿਆਨ ਦਾ ਮਤਲਬ ਹੈ ਕਿ ਸ਼ਕਤੀ ਜਿਹੜੀ ਹੈ ਮੇਨ ਹੈ ਨਾ ਉਹ ਕਦੋਂ ਪ੍ਰਾਪਤ ਹੋਈ? ਸੋ ਇਹ ਪ੍ਰਾਪਤ ਹੋਈ ਸੀਗੀ ਜੀ ਬੋਧ ਗਿਆ ਦੇ ਵਿੱਚ। ਠੀਕ ਹੈ, ਬੋਧ ਗਿਆ ਜਿਹੜਾ ਸਥਾਨ ਹੈ ਇਹ ਕਾਫੀ ਇੰਪੋਰਟੈਂਟ ਹੈ। ਕਈ ਵਾਰ ਇਕੱਲਾ ਗਿਆ ਵੀ ਕਹਿ ਦਿੰਦੇ ਹੈਗੇ ਨੇਗੇ, ਠੀਕ ਹੈ, ਤਾਂ ਇਹਨਾਂ 'ਚੋਂ ਦੋਨਾਂ 'ਚੋਂ ਕੋਈ ਵੀ ਆ ਸਕਦਾ ਹੈ। ਤਾਂ ਬੋਧ ਗਿਆ ਵਿਖੇ ਜਿਹੜਾ ਹੈ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀਗੀ, ਸਰਵ ਉੱਚ ਗਿਆਨ ਪ੍ਰਾਪਤੀ। ਨੈਕਸਟ ਹੈ ਮਹਾਤਮਾ ਬੁੱਧ ਜੀ ਦੇ ਗਿਆਨ ਦੀ ਪ੍ਰਾਪਤੀ ਜਿਹੜੀ ਹੈ ਉਹ ਕਿਸ ਰੁੱਖ ਹੇਠਾਂ ਮਿਲੀ ਸੀਗੀ? ਛੋੜੇ ਨਾ ਵਰਡ ਦੇ ਵਿੱਚ ਮਿਸਟੇਕਸ ਨਹੀਂ ਗਈਆਂ, ਉਸਨੂੰ ਐਡਜਸਟ ਕਰ ਲਿਓ ਪਲੀਜ਼। ਮਹਾਤਮਾ ਬੁੱਧ ਜੀ ਨੂੰ ਗਿਆਨ ਦੀ ਪ੍ਰਾਪਤੀ ਜਿਹੜੀ ਹੈ ਉਹ ਕਿਸ ਰੁੱਖ ਦੇ ਹੇਠਾਂ ਮਿਲੀ ਸੀਗੀ? ਸੋ ਉਸ ਰੁੱਖ ਦਾ ਨਾਮ ਬਹੁਤ ਵਾਰ ਪੁੱਛਿਆ ਗਿਆ ਜੀ। ਸੋ ਇਹ ਰੁੱਖ ਸੀਗਾ ਪਿੱਪਲ ਦਾ। ਓਕੇ, ਇਹਨਾਂ 'ਚੋਂ ਇੱਕ ਤਾਂ ਬੋਧ ਗਿਆ ਅਤੇ ਇੱਕ ਪਿੱਪਲ ਦਾ ਰੁੱਖ। ਇਹ ਤਾਂ ਪੱਕਾ ਹੀ ਯਾਦ ਕਰ ਲੈਣਾ, ਇਹ ਕਿਸੇ ਵੀ ਹਾਲਤ 'ਚ ਤੁਸੀਂ ਭੁੱਲਣਾ ਨਹੀਂ ਹੈਗਾ। ਵੈਸੇ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੀ ਹੈ, ਬਟ ਫਿਰ ਵੀ ਇਹਨੂੰ ਅੱਛੀ ਤਰ੍ਹਾਂ ਤੁਸੀਂ ਸਮਝ ਲੈਣਾ। ਓਕੇ, ਨੈਕਸਟ ਹੈ ਜੀ ਸਿਧਾਰਥ ਨੇ ਕਿੰਨੇ ਦਿਨਾਂ ਦੀ ਸਮਾਧੀ ਮਗਰੋਂ ਪੂਰਨਮਾਸ਼ੀ ਵਾਲੇ ਦਿਨ ਸਰਵਉੱਚ ਗਿਆਨ ਦੀ ਪ੍ਰਾਪਤੀ ਕੀਤੀ ਜੀ? ਸੋ 48 ਦਿਨਾਂ ਦੇ ਬਾਅਦ। ਠੀਕ, ਧਿਆਨ ਰੱਖਿਓ ਕਿ ਪਹਿਲਾਂ 6 ਸਾਲ ਤੱਕ ਉਹਨਾਂ ਨੇ ਕਠੋਰ ਤਪ ਕੀਤਾ, ਫਿਰ ਆਖਰ ਦੇ ਵਿੱਚ ਉਹ ਅੱਕ ਕੇ ਉਹਦੇ ਜਿਹੜੇ 5 ਸਾਥੀ ਸੀ ਉਹ ਛੱਡ ਜਾਂਦੇ ਹੈਗੇ ਨੇ, ਫਿਰ ਇਕੱਲੇ ਰਹਿ ਜਾਂਦੇ ਆ ਅਤੇ ਇਕੱਲੇ ਹੀ ਫਿਰ ਉਹ ਜਿਹੜਾ ਕਹਿ ਸਕਦੇ ਆ ਬੋਧ ਗਿਆ ਵਿਖੇ ਸਮਾਧੀ ਲਾ ਕੇ ਬੈਠ ਜਾਂਦੇ ਨੇ। ਫਿਰ ਨਿਰੰਤਰ 48 ਦਿਨਾਂ ਤੱਕ ਬਹਿੰਦੇ ਨੇ, ਫਿਰ ਉਹਨਾਂ ਨੂੰ ਬੋਧ ਗਿਆ ਵਿਖੇ ਜਿਹੜੀ ਹੈ ਇਹ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਨੈਕਸਟ ਹੈ ਜੀ ਗਿਆਨ ਪ੍ਰਾਪਤੀ ਦੇ ਸਮੇਂ ਮਹਾਤਮਾ ਬੁੱਧ ਦੀ ਉਮਰ ਕਿੰਨੀ ਸੀ ਜੀ? ਤਾਂ 35 ਸਾਲ ਦੇ ਹੋ ਚੁੱਕੇ ਸੀ, ਕਿਉਂਕਿ 29 ਸਾਲ ਦੀ ਉਮਰ ਦੇ ਵਿੱਚ ਉਹ ਘਰੋਂ ਚੱਲੇ ਸੀਗੇ, ਘਰ ਤਿਆਗਤਾ ਸੀ। ਫਿਰ 6 ਸਾਲ ਉਹਨਾਂ ਨੇ ਕਠੋਰ ਤਪ ਕੀਤਾ ਔਰ ਇਸ ਤੋਂ ਬਾਅਦ 35 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨੈਕਸਟ ਹੈ ਗਿਆਨ ਪ੍ਰਾਪਤੀ ਤੋਂ ਬਾਅਦ ਸਭ ਤੋਂ ਪਹਿਲਾਂ ਮਹਾਤਮਾ ਬੁੱਧ ਕਿੱਥੇ ਪਹੁੰਚਦੇ ਨੇ ਜੀ? ਸਾਰਨਾਥ ਵਿਖੇ ਪਹੁੰਚਦੇ ਨੇ, ਜਿੱਥੇ ਉਹਨਾਂ ਦੇ ਪਹਿਲੇ 5 ਸਾਥੀ ਸੀ ਜਿਹੜੇ ਛੱਡ ਕੇ ਚਲੇ ਜਾਂਦੇ ਨੇ, ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਉਹਨਾਂ ਦੀ। ਮਹਾਤਮਾ ਬੁੱਧ ਨੇ ਸਭ ਤੋਂ ਪਹਿਲਾਂ ਉਪਦੇਸ਼ ਕਿਸ ਨੂੰ ਦਿੱਤੇ ਸੀਗੇ? ਸਾਰਨਾਥ ਵਿਖੇ ਜਾਂਦੇ ਹੈਗੇ ਨੇ। ਇਹ ਸਥਾਨ ਵੀ ਬਈ ਮੋਸਟ ਇੰਪੋਰਟੈਂਟ ਹੈ, ਇਸ ਨੂੰ ਵੀ ਤੁਸੀਂ ਪੱਕਾ ਰੱਟ ਲਵੋ ਕਿ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਉਹ ਸਾਰਨਾਥ ਵਿਖੇ ਗਏ ਸੀਗੇ ਅਤੇ ਸਭ ਤੋਂ ਪਹਿਲਾਂ ਮਿਲੇ ਸੀ ਉਹ ਆਪਣੇ 5 ਸਾਥੀਆਂ ਨੂੰ ਜਿਹੜੇ ਕਿ ਉਸ ਨੂੰ ਛੱਡ ਗਏ ਸੀਗੇ ਕਿ ਯਾਰ ਇਸ ਭਗਤੀ ਦੇ ਵਿੱਚ ਕੁਛ ਨਹੀਂ ਰੱਖਿਆ, ਛੱਡੋ ਪ੍ਰੈਸ ਨੂੰ, ਹੈ ਨਾ। ਤਾਂ ਉਹ ਛੱਡ ਗਏ ਸੀਗੇ ਕਿ ਇਸ ਤਰ੍ਹਾਂ ਕੁਛ ਨਹੀਂ ਪ੍ਰਾਪਤੀ ਹੋਣੀ ਅਤੇ ਅੰਤ ਦੇ ਵਿੱਚ ਫਿਰ ਉਹਨਾਂ ਕੋਲ ਹੀ ਉਹ ਸਭ ਤੋਂ ਪਹਿਲਾਂ ਪਾਉਂਦੇ ਅਤੇ ਸਭ ਨੂੰ ਪਹਿਲਾ ਉਪਦੇਸ਼ ਜਿਹੜਾ ਹੈ ਉਹ ਉਹਨਾਂ ਨੂੰ ਹੀ ਦਿੰਦੇ ਹੈਗੇ ਨੇਗੇ। ਓਕੇ, ਅਤੇ ਇਸੇ ਨੂੰ ਹੀ ਜਿਹੜਾ ਹੈ ਨਾ ਧਰਮ ਪਰਿਵਰਤਨ ਚੱਕਰ ਵੀ ਕਿਹਾ ਜਾਂਦਾ ਹੈ। ਜਦੋਂ ਉਹ ਪਹਿਲਾ ਉਪਦੇਸ਼ ਦਿੰਦੇ ਆ ਨਾ, ਇਸੇ ਚੀਜ਼ ਨੂੰ ਹੀ ਧਰਮ ਚੱਕਰ ਪਰਿਵਰਤਨ ਕਿਹਾ ਜਾਂਦਾ ਹੈ, ਜਿਹੜਾ ਉਹਨਾਂ ਦਾ ਪਹਿਲਾ ਉਪਦੇਸ਼ ਸੀ। ਮੋਸਟ ਇੰਪੋਰਟੈਂਟ ਹੈ।
ਜਿਵੇਂ ਸਾਡੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ ਸਭ ਤੋਂ ਪਹਿਲਾਂ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਿਮ, ਉਸੇ ਤਰੀਕੇ ਦੇ ਨਾਲ ਹੀ ਮਹਾਤਮਾ ਬੁੱਧ ਨੇ ਆਪਣਾ ਉਪਦੇਸ਼ ਪਹਿਲੇ 5 ਸਾਥੀਆਂ ਨੂੰ ਦਿੱਤਾ ਸੀ ਜਿਹੜੇ ਉਹਦੇ ਨਾਲ ਸੀਗੇ, ਅਤੇ ਇਸ ਘਟਨਾ ਨੂੰ ਧਰਮ ਚੱਕਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੈਕਸਟ ਹੈ ਮਹਾਤਮਾ ਬੁੱਧ ਨਾਲ ਸੰਬੰਧਿਤ ਘਟਨਾਵਾਂ, ਧਰਮ ਚੱਕਰ ਪਰਿਵਰਤਨ, ਇਹ ਹੁਣੇ ਆਪਾਂ ਗੱਲ ਕੀਤੀ ਹੈ। ਓਕੇ, 4 ਮਹਾਨ ਦ੍ਰਿਸ਼ ਉਹਨਾਂ ਨੇ ਦੇਖੇ ਹੈ, ਮਹਾਨ ਤਿਆਗ ਉਹਨਾਂ ਨੇ ਕੀਤਾ ਜਦੋਂ ਉਹਨਾਂ ਨੇ ਘਰ ਤਿਆਗਿਆ, ਹੈ ਨਾ। ਇਹ ਘਟਨਾਵਾਂ ਕਿਸ ਨਾਲ ਸੰਬੰਧ ਨੇ? ਮਹਾਤਮਾ ਬੁੱਧ ਦੇ ਨਾਲ, ਠੀਕ ਹੈ। ਇਹੋ ਜਿਹੇ ਕੁਐਸਚਨ ਵੀ ਬਹੁਤ ਬਹੁਤ ਆਉਂਦੇ ਨੇ ਕਿ ਇਹਨਾਂ ਦੇ ਵਿੱਚੋਂ ਕਿਹੜੀ ਘਟਨਾ ਜੈਨ ਧਰਮ ਦੇ ਨਾਲ ਸੰਬੰਧ ਹੈ ਅਤੇ ਕਿਹੜੀ ਮਹਾਤਮਾ ਬੁੱਧ ਦੇ ਨਾਲ, ਇਹ ਬਹੁਤ ਕਨਫਿਊਜ਼ ਕਰ ਦਿੰਦੀਆਂ ਨੇ, ਠੀਕ ਹੈ। ਤਾਂ ਮੈਂ ਤਿੰਨੋਂ ਹੀ ਮੈਂਸ਼ਨ ਕਰ ਦਿੱਤੀਆਂ ਨੇ। ਧਰਮ ਚੱਕਰ ਪਰਿਵਰਤਨ ਉਸਦਾ ਪਹਿਲਾ ਉਪਦੇਸ਼ ਸੀ, ਮਹਾਤਮਾ ਬੁੱਧ ਦਾ 4 ਮਹਾਨ ਦ੍ਰਿਸ਼ ਜਿਹਦੇ ਵਿੱਚ 4 ਚੀਜ਼ਾਂ ਉਹਨੇ ਦੇਖੀਆਂ ਸੀਗੀਆਂ, ਇਸ ਤੋਂ ਇਲਾਵਾ ਮਹਾਨ ਤਿਆਗ ਜਿਸ ਦੇ ਵਿੱਚ ਉਹਨੇ ਆਪਣਾ ਘਰ ਤਿਆਗਿਆ ਸੀ, ਉਹ ਸ਼ਾਮਲ ਹੈ। ਨੈਕਸਟ ਹੈ ਮਹਾਤਮਾ ਬੁੱਧ ਜੀ ਨੇ ਆਪਣਾ ਸਰੀਰ ਕਿੱਥੇ ਤਿਆਗਿਆ ਜੀ? ਤਾਂ ਕੁਸ਼ੀਨ ਨਗਰ ਵਿਖੇ ਜਿਹੜਾ ਹੈ ਆਪਣਾ ਸਰੀਰ ਜਿਹੜਾ ਉਹ ਤਿਆਗ ਦਿੱਤਾ ਸੀ, ਮੀਨਜ਼ ਕਿ ਇੱਥੇ ਉਹ ਉਹਨਾਂ ਦੀ ਜਿਹੜੀ ਡੈਥ ਹੈ ਉਹ ਹੋ ਗਈ ਸੀਗੀ। ਨੈਕਸਟ ਹੈ ਜੀ ਮਹਾਤਮਾ ਬੁੱਧ ਦੇ ਸਰੀਰ ਤਿਆਗ ਨੂੰ ਕੀ ਆਖਿਆ ਜਾਂਦਾ ਹੈ? ਸੋ ਇਹ ਵੀ ਮੋਸਟ ਇੰਪੋਰਟੈਂਟ ਹੈ ਜੀ। ਇਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਮਹਾਪਰਿਨਿਰਵਾਣ। ਪਰਿਨਿਰਵਾਣ ਬਹੁਤ ਬਹੁਤ ਇੰਪੋਰਟੈਂਟ ਟੌਪਿਕ ਹੈ ਇਹ ਵਾਲਾ, ਠੀਕ ਹੈ। ਤਾਂ ਜਿੱਥੇ ਕਹਿ ਸਕਦੇ ਹਾਂ ਜਦੋਂ ਮਹਾਤਮਾ ਬੁੱਧ ਨੇ ਆਪਣਾ ਸਰੀਰ ਤਿਆਗ ਦਿੱਤਾ, ਮਤਲਬ ਕਿ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤਾਂ ਇਹਨਾਂ ਨੂੰ ਬੁੱਧ ਧਰਮ ਵਾਲੇ ਜਿਹੜੇ ਆ ਉਹ ਮਹਾਪਰਿਨਿਰਵਾਣ ਘਟਨਾ ਦੇ ਨਾਮ ਨਾਲ ਜਾਣਦੇ ਹੈਗੇ ਨੇ। ਨੈਕਸਟ ਹੈ ਮਹਾਤਮਾ ਬੁੱਧ ਨੇ ਆਪਣਾ ਸਰੀਰ ਕਦੋਂ ਤਿਆਗਿਆ? ਸੋ ਇਹ ਵੀ ਯਾਦ ਰੱਖਣਾ, 487 ਈਸਵੀ ਪੂਰਵ ਦੇ ਵਿੱਚ ਉਹਨਾਂ ਨੇ ਮਹਾਨਿਰਵਾਣ ਦੀ ਜਿਹੜੀ ਘਟਨਾ ਹੈ ਉਸ ਦੇ ਵਿੱਚੋਂ ਦੀ ਬਤੀਤ ਹੋਈ। ਨੈਕਸਟ ਹੈ ਜੀ ਮਹਾਤਮਾ ਬੁੱਧ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਜਿਹੜਾ ਹੈ ਉਹ ਕਿਸ ਭਾਸ਼ਾ ਦੇ ਵਿੱਚ ਕਰਦੇ ਸੀ ਜਾਂ ਕੀਤਾ ਸੀ? ਸੋ ਮਹਾਤਮਾ ਬੁੱਧ ਅਤੇ ਜੈਨ ਇਹਨਾਂ ਦੋਨਾਂ ਦੀ ਜਿਹੜੀ ਨਾ ਭਾਸ਼ਾ ਜ਼ਰੂਰ ਯਾਦ ਰੱਖ ਲਿਓ, ਕਿਉਂਕਿ ਸਾਨੂੰ ਸਿੱਖਾਂ ਬਾਰੇ ਤਾਂ ਪਤਾ ਹੈ ਕਿ ਗੁਰਮੁਖੀ ਦੇ ਵਿੱਚ ਪ੍ਰਚਾਰ ਕੀਤਾ ਸੀ, ਬਟ ਇਹਨਾਂ ਦੀ ਜਿਹੜੀਆਂ ਭਾਸ਼ਾਵਾਂ ਨੇ ਉਹ ਮਿਲਦੀਆਂ ਹੀ ਨੇ, ਬਟ ਨਾਮ ਇੱਧਰ ਉੱਧਰ ਹੋ ਜਾਂਦੇ ਸਾਡੇ ਮਾਈਂਡ ਦੇ ਵਿੱਚ। ਤਾਂ ਮਹਾਤਮਾ ਬੁੱਧ ਨੇ ਇਹਨਾਂ ਸਿੱਖਿਆਵਾਂ ਦਾ ਜਿਹੜਾ ਪ੍ਰਚਾਰ ਹੈ ਉਸ ਦੇ ਲਈ ਪਾਲੀ ਭਾਸ਼ਾ ਦਾ ਇਸਤੇਮਾਲ ਕੀਤਾ ਸੀਗਾ, ਅਤੇ ਇਹਨਾਂ ਦਾ ਜਿਹੜਾ ਸਾਹਿਤ ਹੈ ਨਾ ਉਹ ਵੀ ਪਾਲੀ ਭਾਸ਼ਾ ਦੇ ਵਿੱਚ ਹੀ ਮਿਲਦਾ ਹੈ, ਇਹ ਵੀ ਯਾਦ ਰੱਖ ਲੈਣਾ। ਨੈਕਸਟ ਹੈ ਜੀ ਮਹਾਤਮਾ ਬੁੱਧ ਨੇ ਕਿੰਨੀਆਂ ਮਹਾਨ ਸੱਚਾਈਆਂ ਦੀ ਗੱਲ ਦੱਸੀ? ਸੋ ਉਹਨਾਂ ਨੇ 4 ਮਹਾਨ ਸੱਚਾਈਆਂ ਦੀ ਗੱਲ ਦੱਸੀ ਹੈ ਕਿ ਇਹ ਸੱਚਾਈ ਹੈ ਅਤੇ ਹਰੇਕ ਮਨੁੱਖ ਦੇ ਨਾਲ ਇਹ ਘਟਨਾ ਜਿਹੜੀ ਉਹ ਵਾਪਰਦੀ ਹੈਗੀ ਆ। ਇਸੇ ਚੀਜ਼ ਨੂੰ ਹੀ ਮਹਾਨ ਸੱਚਾਈਆਂ ਦੱਸਿਆ ਹੈਗਾ ਕਿਸਨੇ ਜੀ? ਮਹਾਤਮਾ ਬੁੱਧ ਨੇ। ਨੈਕਸਟ ਹੈ ਜੀ ਅਸ਼ਟਮਾਰਗ। ਸੋ ਇਹ ਵੀ ਬਈ ਬਹੁਤ 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 ਇੰਪੋਰਟੈਂਟ ਹੈ ਕਿ ਅਸ਼ਟਮਾਰਗ ਜਿਹੜਾ ਹੈ ਉਹ ਕਿਸ ਦੇ ਨਾਲ ਸੰਬੰਧਿਤ ਹੈ? ਤਾਂ ਅਸ਼ਟਮਾਰਗ ਦੀ ਗਿਣਤੀ ਜਿਹੜੀ ਹੈ ਉਹ 8 ਸੀਗੀ, ਅਤੇ ਅਸ਼ਟਮਾਰਗ ਦਾ ਮਤਲਬ ਹੈ ਕਿ ਬੁੱਧ ਦੇ ਦੁਆਰਾ ਜਿਹੜੇ 8 ਸਿਧਾਂਤ ਦਿੱਤੇ ਗਏ ਸੀ ਉਹਨੂੰ ਅਸੀਂ ਅਸ਼ਟਮਾਰਗ ਕਹਿੰਦੇ ਹਾਂ, ਜਿਹਦੇ ਉੱਪਰ ਜਿਹੜੇ ਵਿਅਕਤੀ ਬੁੱਧ ਧਰਮ ਦੇ ਅਨੁਯਾਈ ਨੇ ਉਹਨਾਂ ਨੂੰ ਇਹਨਾਂ 8 ਸਿਧਾਂਤਾਂ ਦੇ ਉੱਪਰ ਚੱਲਣਾ ਹੀ ਪਊਗਾ। ਸੱਚਾ ਕਰਮ ਕਰਨਾ, ਸੱਚੀ ਮਿਹਨਤ ਕਰਨਾ, ਠੀਕ ਹੈ। ਸੋ ਕਿਸੇ ਦਾ ਮਾੜਾ ਨਾ ਕਰਨਾ, ਅਹਿੰਸਾ, ਇਹੋ ਜਿਹੇ ਬਹੁਤ ਸਾਰੇ ਜਿਹੜੇ ਪੁਆਇੰਟ ਸੀਗੇ ਜੋ ਤੁਹਾਨੂੰ ਨਾ ਅਲੱਗ ਤੋਂ ਤੁਹਾਨੂੰ ਥਿਊਰੀ ਵਾਲੇ ਪਾਰਟ 'ਚ ਮਿਲ ਜਾਣਗੇ, ਉੱਥੋਂ ਤੁਸੀਂ ਦੇਖ ਸਕਦੇ ਹੈਗੇ ਹੋ। ਨੈਕਸਟ ਹੈ ਜੀ ਬੋਧੀ ਸੰਘ ਦਾ ਮੈਂਬਰ ਬਣਨ ਤੋਂ ਬਾਅਦ ਉਹਨਾਂ ਨੂੰ ਕਿਹੜੇ ਰੰਗ ਦੇ ਕੱਪੜੇ ਪਾਉਣੇ ਪੈਂਦੇ ਸੀਗੇ? ਸੋ ਜਦੋਂ ਪਹਿਲਾਂ ਤਾਂ ਮਹਾਤਮਾ ਬੁੱਧ ਸੀਗੇ, ਫਿਰ ਉਸ ਤੋਂ ਬਾਅਦ ਉਹ ਇੱਕ ਸੰਘ ਦੇ ਵਿੱਚ ਵੀ ਤਬਦੀਲ ਹੋ ਜਾਂਦਾ ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਜਿਹੜੇ ਉਹਦੇ ਮੈਂਬਰ ਬਣਦੇ ਸੀਗੇ ਉਹਨਾਂ ਨੂੰ ਕਿਹੜੇ ਰੰਗ ਦੇ ਕੱਪੜੇ ਪਾਉਣੇ ਪੈਂਦੇ ਸੀ? ਸੋ ਉਹਨਾਂ ਨੂੰ ਅਕਸਰ ਜਿਹੜਾ ਹੈ ਪੀਲੇ ਰੰਗ ਦੇ ਕੱਪੜੇ ਜਿਹੜੇ ਨੇ ਉਹ ਪਹਿਨਣੇ ਪੈਂਦੇ ਸੀ, ਠੀਕ ਹੈ। ਅਤੇ ਅੱਜ ਵੀ ਤੁਸੀਂ ਜਦੋਂ ਬੁੱਧ ਧਰਮ ਦੇ ਬੰਦੇ ਨੂੰ ਮਿਲੋਗੇ ਤਾਂ ਅੱਜ ਵੀ ਮੋਸਟਲੀ ਉਸ ਦੇ ਜਿਹੜੇ ਪੀਲੇ ਰੰਗ ਦੇ ਹੀ ਕੱਪੜੇ ਆ ਉਹ ਦੇਖਣ ਨੂੰ ਮਿਲਦੇ ਨੇ, ਜੋ ਤੁਸੀਂ ਮੂਵੀਜ਼ ਦੇ ਵਿੱਚ ਜਾਂ ਬਹੁਤ ਸਾਰੀਆਂ ਨਾ ਵੀਡੀਓਜ਼ ਦੇ ਵਿੱਚ ਦੇਖੇ ਵੀ ਹੋਣਗੇ। ਨੈਕਸਟ ਹੈ ਜੀ ਬੋਧੀ ਭਿਕਸ਼ੂ ਕਦੋਂ 2 ਵਰਗਾਂ ਦੇ ਵਿੱਚ ਵੰਡੇ ਗਏ ਸੀ? ਤਾਂ ਬੋਧੀ ਭਿਕਸ਼ੂ ਸੀਗੇ ਜਿਹੜੇ ਉਹ 387 ਈਸਵੀ ਪੂਰਵ ਦੇ ਵਿੱਚ 2 ਵਰਗਾਂ ਦੇ ਵਿੱਚ ਵੰਡੇ ਗਏ ਸੀਗੇ। ਕਿਹੜੇ ਕਿਹੜੇ ਵਰਗ ਸੀ ਉਹਨਾਂ ਦੇ ਨਾਲ ਰਿਲੇਟਡ ਕੁਐਸਚਨ ਅਗਲੇ ਹੋਣਗੇ। ਨੈਕਸਟ ਹੈ ਜੀ ਕਿਸ ਸਭਾ ਦੇ ਸਮੇਂ ਬੋਧੀ ਭਿਕਸ਼ੂ 2 ਵਰਗਾਂ ਦੇ ਵਿੱਚ ਵੰਡੇ ਗਏ? 387 ਦੇ ਵਿੱਚ ਇਹ ਵੰਡੇ ਗਏ ਸੀਗੇ, ਈਸਵੀ ਪੂਰਵ ਹੈ, ਇਹ ਵੀ ਯਾਦ ਰੱਖਣਾ ਹੈ। ਅਤੇ ਵੈਸ਼ਾਲੀ ਵਿਖੇ ਜਿਹੜੀ ਹੈ ਬੋਧੀ ਸਭਾ ਹੋਈ ਸੀ। ਇਸ ਸਥਾਨ ਵਿਖੇ ਜਿਹੜਾ ਹੈ ਇਹ 2 ਭਾਗਾਂ ਦੇ ਵਿੱਚ 2 ਵਰਗਾਂ ਦੇ ਵਿੱਚ ਵੰਡੇ ਗਏ ਸੀਗੇ। ਕਿਸ ਨੇ ਥੇਰਾਵਾਦੀਆਂ ਦਾ ਸਮਰਥਨ ਕੀਤਾ ਸੀ? ਸੋ ਥੇਰਾਵਾਦੀ ਇਹਨਾਂ 2 ਭਾਗਾਂ ਦੇ ਵਿੱਚ ਹੀ ਆਉਂਦਾ ਹੈ, ਓਕੇ। ਤਾਂ ਥੇਰਾਵਾਦੀਆਂ ਦਾ ਸਮਰਥਨ ਕੀਤਾ ਸੀ ਜੀ ਅਸ਼ੋਕ ਨੇ 387 ਈਸਵੀ ਪੂਰਵ ਦੇ ਵਿੱਚ ਇਹ ਗੱਲ ਹੈਗੀ। ਨੈਕਸਟ ਹੈ ਜੀ ਅਸ਼ੋਕ ਨੇ ਥੇਰਾਵਾਦੀ ਭਿਕਸ਼ੂਆਂ ਦੀ ਸਭਾ ਪਾਟਲੀਪੁੱਤਰ ਵਿਖੇ ਕਦੋਂ ਬੁਲਾਈ ਸੀਗੀ? ਤਾਂ ਇਹਨਾਂ ਨੇ 251 ਈਸਵੀ ਪੂਰਵ ਦੇ ਵਿੱਚ ਜਿਹੜਾ ਹੈ ਇਹਨਾਂ ਦੀ ਸਭਾ ਬੁਲਾਈ ਸੀਗੀ ਥੇਰਾਵਾਦੀਆਂ ਦੀ, ਠੀਕ ਹੈ, ਜਿਹੜੇ ਕਿ ਬੋਧੀ ਭਿਕਸ਼ੂ ਸੀਗੇ। ਅਸ਼ੋਕ ਦੇ ਦੁਆਰਾ ਕਦੋਂ ਬੁਲਾਈ ਗਈ ਸੀਗੀ ਜੀ? ਧਿਆਨ ਰੱਖਣਾ 251 ਈਸਵੀ ਪੂਰਵ ਦੇ ਵਿੱਚ ਪਾਟਲੀਪੁੱਤਰ ਦੇ ਵਿਖੇ ਇਹ ਸਭਾ ਬੁਲਾਈ ਗਈ ਸੀ। ਨੈਕਸਟ ਹੈ ਜੀ ਪਹਿਲੀ ਸਦੀ ਈਸਵੀ ਪੂਰਵ ਦੇ ਵਿੱਚ ਕਸ਼ਮੀਰ ਵਿਖੇ ਕਨਿਸ਼ਕ ਨੇ ਬੁੱਧ ਧਰਮ ਦੀ ਕਿੰਨਵੀਂ ਮਹਾਸਭਾ ਬੁਲਾਈ ਸੀਗੀ? ਸੋ ਚੌਥੀ ਮਹਾ
ਸਭਾ ਸੀਗੀ ਤੇ ਇਹ ਲਾਸਟ ਹੀ ਸੀਗੀ, ਇਸ ਤੋਂ ਬਾਅਦ ਨਹੀਂ ਹੋਈ ਸੀਗੀ, ਠੀਕ ਹੈ। ਤੇ ਕਸ਼ਮੀਰ ਦੇ ਵਿੱਚ ਬੁਲਾਈ ਗਈ ਸੀ, ਕਨਿਸ਼ਕ ਦੇ ਦੁਆਰਾ ਇਸ ਨੂੰ ਬੁਲਾਇਆ ਗਿਆ ਸੀ, ਪਹਿਲੀ ਸਦੀ ਈਸਵੀ ਪੂਰਵ ਦੇ ਵਿੱਚ। ਨੈਕਸਟ ਹੈ ਜੀ ਹੀਨਜਾਨ। ਹੀਨਜਾਨ ਨੂੰ ਪਹਿਲਾਂ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਜੀ? ਸੋ ਹੀਨ ਨੂੰ ਜਿਹੜਾ ਹੈ ਪਹਿਲਾਂ ਥੇਰਾਵਾਦੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਫਿਰ ਇਸ ਤੋਂ ਬਾਅਦ ਜਿਹੜਾ ਇਸ ਨੂੰ ਹੀਨਜਾਨ ਜਿਹੜਾ ਕਹਿਣਾ ਸ਼ੁਰੂ ਕਰ ਦਿੱਤਾ ਸੀ। ਹੀਨਜਾਨ ਤੇ ਮਹਾਜਾਨ ਇਹ ਦੋ ਜਿਹੜੀਆਂ ਕੈਟਾਗਰੀਜ਼ ਬਣੀਆਂ ਸੀ ਬਾਅਦ ਦੇ ਵਿੱਚ, ਪਹਿਲਾਂ ਜੋ ਕਿ ਇੱਕ ਹੁੰਦੀ ਸੀਗੀ। ਨੈਕਸਟ ਹੈ ਜੀ ਬੋਧੀਸਤਵ ਦੇ ਵਿਚਾਰਾਂ ਨਾਲ ਜੁੜੇ ਹੋਏ ਸੰਪਰਦਾਇ ਦਾ ਨਾਮ ਕੀ ਸੀਗਾ? ਸੋ ਇਸ ਦਾ ਨਾਮ ਸੀ ਜੀ ਮਹਾਜਾਨ, ਜਿਹੜੇ ਕਿ ਬੁੱਧ ਧਰਮ ਦੇ ਜਿਹੜੇ ਬਣਾਏ ਹੋਏ ਸਿਧਾਂਤ ਸੀ ਉਹਨਾਂ ਦੇ ਉੱਪਰ ਹੀ ਚੱਲਦੇ ਸੀਗੇ, ਮੀਨਜ਼ ਕਿ ਉਹ ਕਿਸੇ ਤਰ੍ਹਾਂ ਦਾ ਪਰਿਵਰਤਨ ਨਹੀਂ ਚਾਹੁੰਦੇ ਸੀਗੇ, ਉਸ ਨੂੰ ਕਿਹਾ ਜਾਂਦਾ ਸੀ ਮਹਾਜਾਨ। ਤੇ ਜਿਨ੍ਹਾਂ ਨੇ ਬੁੱਧ ਧਰਮ ਦੇ ਸਿਧਾਂਤਾਂ ਦੇ ਵਿੱਚ ਪਰਿਵਰਤਨ ਕਰ ਦਿੱਤਾ ਸੀ ਉਹਨੂੰ ਹੀਨਜਾਨ ਕਿਹਾ ਜਾਂਦਾ ਸੀ, ਇਹ ਵੀ ਯਾਦ ਰੱਖ ਲੈਣਾ। ਨੈਕਸਟ ਹੈ ਮਹਾਜਾਨ ਦੀ ਸਥਾਪਨਾ ਕਿਸ ਦੇ ਸ਼ਾਸਨ ਦੌਰਾਨ ਹੋਈ ਸੀ ਜੀ? ਤਾਂ ਕਨਿਸ਼ਕ ਦੇ ਦੌਰਾਨ ਹੋਈ ਸੀਗੀ ਜੀ, ਠੀਕ ਹੈ, ਪਹਿਲੀ ਸਦੀ ਈਸਵੀ ਪੂਰਵ ਦੇ ਵਿੱਚ ਹੋਈ ਸੀਗੀ, ਧਿਆਨ ਰੱਖਣਾ। ਕਸ਼ਮੀਰ ਦੇ ਵਿੱਚ ਇਹ ਮਹਾਸਭਾ ਬੁਲਾਈ ਗਈ ਸੀਗੀ ਅਤੇ ਚੌਥੀ ਇਹ ਮਹਾਸਭਾ ਸੀ। ਇਸ ਦੌਰਾਨ ਜਿਹੜਾ ਹੈ ਮਹਾਜਾਨ ਜਿਹੜੀ ਹੈ ਉਹ ਹੋਂਦ ਦੇ ਵਿੱਚ ਆਉਂਦੀ ਹੈ। ਇਹਦਾ ਮੇਨ ਮੋਟਿਵ ਕੀ ਸੀਗਾ ਕਿ ਜਿਹੜੇ ਬੁੱਧ ਧਰਮ ਦੇ ਦੁਆਰਾ ਬਣਾਏ ਹੋਏ ਸਿਧਾਂਤ ਨੇ ਉਹਨਾਂ ਦੇ ਉੱਪਰ ਹੀ ਚੱਲਣਾ, ਪੂਰੇ ਕੱਟੜਵਾਦੀ ਕਹਿ ਸਕਦੇ ਆਪਾਂ, ਠੀਕ ਹੈ। ਬਟ ਜਿਹੜੇ ਹੀਨਜਾਨ ਵਾਲੇ ਸੀਗੇ ਉਹ ਕਹਿੰਦੇ ਯਾਰ ਵੀ ਸਾਨੂੰ ਸਮੇਂ ਦੇ ਅਨੁਸਾਰ ਥੋੜ੍ਹਾ ਜਿਹਾ ਬਦਲਣਾ ਚਾਹੀਦਾ, ਉਸੇ ਤਰੀਕੇ ਦੇ ਨਾਲ ਨਹੀਂ ਚੱਲਣਾ ਚਾਹੀਦਾ। ਬਸ ਇਹੀ ਕਾਰਨ ਸੀ ਕਿ ਇਹ ਦੋ ਭਾਗਾਂ ਦੇ ਵਿੱਚ ਵੰਡੇ ਗਏ। ਨੈਕਸਟ ਹੈ ਵਜਰਜਾਨ ਸੰਪਰਦਾਇ ਕਦੋਂ ਹੋਂਦ ਦੇ ਵਿੱਚ ਆਈ? ਇਹ ਵੀ ਯਾਦ ਰੱਖਣਾ ਕਿ ਤੀਜੀ ਜਿਹੜੀ ਬਣੀ ਸੀਗੀ ਪਾਰਟ ਇਸ ਦਾ ਇਹ ਵਜਰਜਾਨ ਸੀ, ਬਟ ਇਹਨੂੰ ਭਾਰਤੀਆਂ ਦੇ ਦੁਆਰਾ ਬਣਾਇਆ ਗਿਆ ਸੀ, ਬਸ ਇਹਦੇ ਵਿੱਚ ਇਹ ਫਰਕ ਹੈਗਾ। ਓਕੇ, ਇਹ ਕਦੋਂ ਬਣੀ? ਇਹ 8ਵੀਂ ਸਦੀ ਦੇ ਵਿੱਚ ਬਣੀ ਸੀਗੀ। ਪਹਿਲੀ ਹੀਨਜਾਨ ਸੀ, ਫਿਰ ਮਹਾਜਾਨ ਆਈ, ਠੀਕ ਹੈ, ਫਿਰ ਇਸ ਤੋਂ ਬਾਅਦ ਜਿਹੜਾ ਵਜਰਜਾਨ ਜਿਹਨੂੰ ਭਾਰਤ ਦੇ ਵਿੱਚ ਬਣਾਇਆ ਗਿਆ ਸੀ, ਇਸੇ ਕਰਕੇ ਇਹ ਜਾਦੂ ਟੂਣਿਆਂ ਦੇ ਨਾਲ ਜ਼ਿਆਦਾ ਸੰਬੰਧਿਤ ਹੈ ਤੇ 8ਵੀਂ ਸਦੀ ਦੇ ਵਿੱਚ ਇਹ ਹੋਂਦ ਦੇ ਵਿੱਚ ਆਈ ਸੀਗੀ। ਨੈਕਸਟ ਹੈ ਜੀ ਜਾਦੂ ਟੂਣਿਆਂ ਦੇ ਨਾਲ ਸੰਬੰਧਿਤ ਸੰਪਰਦਾਇ ਕਿਹੜੀ ਸੀ ਜੀ? ਸੋ ਵਜਰਜਾਨ ਸੀ, ਜਿਹਨੂੰ ਭਾਰਤ ਦੇ ਵਿੱਚ ਕ੍ਰੀਏਟ ਕੀਤਾ ਗਿਆ ਸੀ। ਨੈਕਸਟ ਹੈ ਮਹਾਨਿਰਮਾਣ ਤੰਤਰ ਧਾਰਮਿਕ ਪੁਸਤਕ ਕਿਸ ਸੰਪਰਦਾ ਦੀ ਹੈ ਜੀ? ਮਹਾਨਿਰਮਾਣ, ਸੋ ਇਹ ਹੈ ਵਜਰਜਾਨ ਦੇ ਨਾਲ ਸੰਬੰਧਿਤ ਪੁਸਤਕ। ਇਹਦੇ ਵਿੱਚ ਦੱਸਿਆ ਹੈ ਜੋ ਜਾਦੂ ਟੂਣੇ ਨੇ ਕਿਵੇਂ ਇਲਾਜ ਕਰਨਾ, ਜੋ ਕੁਛ ਕਰਨਾ ਨਾ, ਸਭ ਕੁਛ ਜਾਦੂ ਟੂਣੇ ਵਾਲੀ ਜਿਹੜੀ ਪ੍ਰਕਿਰਿਆ ਹੈ ਸਭ ਇਹਦੇ ਵਿੱਚ ਆਉਂਦੀ ਹੈਗੀ ਆ ਮਹਾਨਿਰਮਾਣ ਤੰਤਰ ਦੇ ਵਿੱਚ। ਨੈਕਸਟ ਹੈ ਜੀ ਜੈਨ ਸਾਹਿਤ ਦੇ ਸਭ ਤੋਂ ਵੱਧ ਕਿੰਨੇ ਅੰਗ ਪ੍ਰਸਿੱਧ ਨੇ? ਤਾਂ 12 ਅੰਗ ਜਿਹੜੇ ਨੇ ਉਹ ਪ੍ਰਸਿੱਧ ਨੇ ਜੀ ਜੈਨ ਸਾਹਿਤ ਦੇ। ਨੈਕਸਟ ਹੈ ਜੀ ਜੈਨ ਧਰਮ ਦੇ ਉਦੇ ਸਮੇਂ ਕਿਹੜਾ ਰਾਜ ਸਭ ਤੋਂ ਵੱਧ ਪ੍ਰਸਿੱਧ ਸੀਗਾ ਜੀ? ਤਾਂ ਉਸ ਸਮੇਂ ਪ੍ਰਸਿੱਧ ਸੀ ਜੀ ਮਗਧ, ਜਿਹੜਾ ਕਿ ਪਹਿਲਾਂ ਮਹਾਜਨਪਦ ਹੁੰਦਾ ਸੀ। ਆਪਾਂ ਲਾਸਟ ਕਲਾਸ ਦੇ ਵਿੱਚ ਡਿਸਕਸ ਕੀਤਾ ਸੀ ਕਿ ਇਹ ਵੱਡੇ ਮਹਾਜਨ ਸੀ ਜਿਹਦੇ ਅਧੀਨ ਬਹੁਤ ਸਾਰੇ ਸ਼ਹਿਰ ਹੁੰਦੇ ਸੀਗੇ, ਠੀਕ ਹੈ। ਤਕਰੀਬਨ 8000 ਦੇ ਕਰੀਬ ਪਿੰਡ ਇਸ ਦੇ ਵਿੱਚ ਉਸ ਸਮੇਂ ਸੀਗਾ, ਤਾਂ ਇਹ ਸਾਰਾ ਮਗਧ ਦੇ ਵਿੱਚ ਹੀ ਸੀਗਾ। ਓਕੇ, ਔਰ ਇਹ ਜੈਨ ਧਰਮ ਦੇ ਸਮੇਂ ਸੀਗਾ, ਉਸ ਸਮੇਂ ਸਭ ਤੋਂ ਪ੍ਰਸਿੱਧ ਸੀਗਾ ਇਹ। ਜੈਨ ਧਰਮ ਦਾ ਪਹਿਲਾ ਤੀਰਥੰਕਾਰ ਕੌਣ ਸੀਗਾ ਜੀ? ਤਾਂ ਤੀਰਥੰਕਾਰ ਸੀ ਜਿਹੜਾ ਸਭ ਤੋਂ ਪਹਿਲਾਂ, ਧਿਆਨ ਰੱਖਣਾ ਬਈ, ਪਹਿਲਾ ਤੇ 23ਵਾਂ ਤੇ 24ਵਾਂ, ਇਹਦੇ 3 ਵਿਅਕਤੀ ਜ਼ਰੂਰ ਯਾਦ ਰੱਖਣਾ। ਇਹ ਗੁਰੂਆਂ ਵਾਲੀ ਭੂਮਿਕਾ ਹੈ, ਜਿਵੇਂ ਸਾਡੇ ਪਹਿਲੇ ਦੂਜੇ ਤੀਜੇ ਗੁਰੂ ਇਸ ਤਰ੍ਹਾਂ ਹੈਗੇ ਨੇ, ਉਸੇ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਵੀ ਗੁਰੂ ਸੀਗੇ ਜੈਨੀਆਂ ਦੇ ਵਿੱਚ। ਤਾਂ ਜੈਨ ਧਰਮ ਦਾ ਜਿਹੜਾ ਪਹਿਲਾ ਤੀਰਥੰਕਾਰ ਸੀ, ਪਹਿਲਾ ਗੁਰੂ ਸੀ ਜਿਹੜਾ, ਉਹ ਰਿਸ਼ਵਨਾਥ ਸੀਗਾ, ਠੀਕ ਹੈ। ਮੋਸਟ ਇੰਪੋਰਟੈਂਟ ਹੈ। ਨੈਕਸਟ ਹੈ ਜੈਨ ਧਰਮ ਦੇ ਕੁੱਲ ਕਿੰਨੇ ਤੀਰਥੰਕਾਰ ਸੀਗੇ ਜੀ? ਤਾਂ ਟੋਟਲ ਇਹਦੇ 24 ਤੀਰਥੰਕਾਰ ਸੀਗੇ। ਪਹਿਲਾਂ ਆਪਾਂ ਗੱਲ ਕਰ ਲਿਆ ਰਿਸ਼ਵਦੇਵ ਸੀਗਾ। ਓਕੇ, ਨੈਕਸਟ ਹੈ ਜੀ 23ਵਾਂ ਤੀਰਥੰਕਾਰ ਕੌਣ ਸੀ ਜੀ? ਸੋ 23ਵਾਂ ਸੀ ਜਿਹੜਾ ਉਹ ਪਾਰਸ਼ਵਨਾਥ ਸੀਗਾ, ਧਿਆਨ ਰੱਖਣਾ। ਪਹਿਲਾ ਰਿਸ਼ਵਨਾਥ ਤੇ 23ਵਾਂ ਜਿਹੜਾ ਹੈ ਪਾਰਸ਼ਵਨਾਥ ਤੇ 24ਵਾਂ ਜਿਸ ਨੇ ਬੁੱਧ ਜੈਨ ਧਰਮ ਦੀ ਜਿਹੜੀ ਸਥਾਪਨਾ ਕੀਤੀ ਉਹ ਆ ਜਾਂਦਾ ਹੈ ਜਿਸ ਦਾ ਨਾਮ ਸੀ ਜੀ 24ਵੇਂ ਤੀਰਥੰਕਾਰ ਸਨ ਸੀਗੇ ਸਵਾਮੀ ਮਹਾਬੀਰ। ਸੋ ਇਹਨਾਂ ਨੇ ਜਿਹੜਾ ਹੈ ਜੈਨ ਧਰਮ ਦੀ ਸਥਾਪਨਾ ਕੀਤੀ ਸੀਗੀ 24 ਦੇ ਵਿੱਚੋਂ। 24ਵੇਂ ਨੇ ਜਿਹੜਾ ਹੈ ਸਥਾਪਨਾ ਕੀਤੀ ਹੈ ਜੈਨ ਧਰਮ ਦੀ। ਹਾਲਾਂਕਿ ਪਹਿਲਾਂ ਵਾਲੇ ਵੀ ਗੁਰੂ ਸੀਗੇ ਬਟ ਉਹਨਾਂ ਨੇ ਜੈਨ ਧਰਮ ਦੀ ਜਿਹੜੀ ਸਥਾਪਨਾ ਨਹੀਂ ਕੀਤੀ ਸੀ, ਠੀਕ ਹੈ, ਪ੍ਰਫੁੱਲਤ ਨਹੀਂ ਕੀਤਾ ਸੀ ਪੂਰਾ। ਨੈਕਸਟ ਹੈ ਜੀ ਮਹਾਵੀਰ ਨੂੰ ਸੰਨਿਆਸ ਦੀ ਪੱਧਤੀ ਦਾ ਕਿਹੜਾ ਨਾਮ ਦਿੱਤਾ ਗਿਆ ਹੈ? ਮਹਾਵੀਰ ਨੂੰ ਸੰਨਿਆਸ ਦੀ ਪੱਧਤੀ ਦਾ ਕਿਹੜਾ ਨਾਮ ਦਿੱਤਾ ਗਿਆ ਹੈ? ਨਿਰਗ੍ਰੰਥ। ਨਿਰਗ੍ਰੰਥ ਕਿਹਾ ਗਿਆ ਹੈ ਜੀ ਸਵਾਮੀ ਦੀ ਸੰਨਿਆਸੀ ਜਿਹੜੀ ਪੱਧਤੀ ਹੈ। ਨੈਕਸਟ ਹੈ ਜੀ ਜੈਨ ਧਰਮ ਦੇ ਤ੍ਰਿਰਤਨ। ਆ ਵੀ ਬਈ ਬਹੁਤ ਮੋਸਟ ਇੰਪੋਰਟੈਂਟ ਕੁਐਸਚਨ ਹੈ। ਤ੍ਰਿਰਤਨ ਕਿਸ ਦੇ ਨਾਲ ਸੰਬੰਧਿਤ ਹੈ ਤੇ ਤ੍ਰਿਰਤਨ ਦੇ ਵਿੱਚ ਹੈ ਕੀ? ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਤਾਂ ਤ੍ਰਿਰਤਨ ਜਿਹੜਾ ਹੈ ਇਹ ਜੈਨ ਧਰਮ ਦੇ ਨਾਲ ਸੰਬੰਧਿਤ ਹੈ। ਤ੍ਰਿਰਤਨ ਦਾ ਮਤਲਬ ਹੈ ਕਿ 3 ਸ਼ਬਦਾਂ ਦੀ ਗੱਲ ਕੀਤੀ ਹੈ, 3 ਸਿਧਾਂਤ ਪੇਸ਼ ਕੀਤੇ ਨੇ ਜਿਹਦੇ ਵਿੱਚ ਸੱਚੀ ਸ਼ਰਧਾ, ਸੱਚਾ ਗਿਆਨ ਤੇ ਸੱਚਾ ਆਚਰਣ ਜਿਹੜਾ ਹੈ ਉਹ ਜੈਨੀ ਦੇ ਵਿੱਚ, ਜੈਨ ਧਰਮ ਦੇ ਵਿੱਚ ਹੋਣਾ ਚਾਹੀਦਾ ਹੈ। ਇਹ ਭਗਵਾਨ ਮਹਾਵੀਰ ਨੇ ਕਿਹਾ ਸੀ। ਤ੍ਰਿਰਤਨ ਦਾ ਮਤਲਬ ਹੈ 3 ਸ਼ੁਭ ਵਿਚਾਰ ਜਿਹਦੇ ਵਿੱਚ ਸੱਚੀ ਸ਼ਰਧਾ, ਸੱਚਾ ਗਿਆਨ ਤੇ ਸੱਚਾ ਆਚਰਣ ਸ਼ਾਮਲ ਹੈ। ਨੈਕਸਟ ਹੈ ਜੀ
ਮਹਾਵੀਰ ਦਾ ਜਨਮ ਕਦੋਂ ਹੋਇਆ ਸੀ ਜੀ? ਸੋ ਮਹਾਵੀਰ ਦਾ ਜਨਮ ਹੋਇਆ ਸੀ ਜੀ 599 ਈਸਵੀ ਪੂਰਵ ਦੇ ਵਿੱਚ। ਭਗਵਾਨ ਮਹਾਵੀਰ ਦਾ ਜਨਮ 599 ਈਸਵੀ ਪੂਰਵ ਦੇ ਵਿੱਚ ਹੋਇਆ ਸੀ। ਸੋ ਜਨਮ ਕਿੱਥੇ ਹੋਇਆ ਜੀ? ਇਹ ਵੀ ਨੋਟ ਕਰ ਲਿਓ। ਤਾਂ ਕੁੰਡਗ੍ਰਾਮ ਸੀ ਜਿਹੜਾ, ਇਸ ਸਥਾਨ ਵਿਖੇ ਭਗਵਾਨ ਮਹਾਵੀਰ ਦਾ ਜਨਮ ਹੋਇਆ ਸੀਗਾ। ਨੈਕਸਟ ਕੁਐਸਚਨ ਹੈ, ਮਹਾਵੀਰ ਦੇ ਬਚਪਨ ਦਾ ਨਾਮ ਕੀ ਸੀ ਜੀ? ਸੋ ਬਚਪਨ ਦੇ ਵਿੱਚ ਦਾ ਨਾਮ ਜਿਹੜਾ ਹੋਰ ਸੀਗਾ, ਬਚਪਨ ਦੇ ਵਿੱਚ ਇਹਨਾਂ ਨੂੰ ਵਰਧਮਾਨ ਕਿਹਾ ਜਾਂਦਾ ਸੀਗਾ। ਬਾਅਦ ਦੇ ਵਿੱਚ ਇਹਨਾਂ ਦਾ ਨਾਮ ਚੇਂਜ ਕਰਕੇ ਮਹਾਵੀਰ ਜਿਹੜਾ ਰੱਖ ਦਿੱਤਾ ਗਿਆ ਸੀ ਜਦੋਂ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਸੀਗੀ। ਨੈਕਸਟ ਹੈ ਜੀ, ਮਹਾਵੀਰ ਜੀ ਦੇ ਪਿਤਾ ਦਾ ਨਾਮ ਕੀ ਸੀ ਜੀ? ਸੋ ਮਹਾਵੀਰ ਜੀ ਦੇ ਪਿਤਾ ਦਾ ਨਾਮ ਸਿਧਾਰਥ ਸੀਗਾ। ਨੈਕਸਟ ਹੈ, ਮਹਾਵੀਰ ਜੀ ਦੇ ਮਾਤਾ ਦਾ ਨਾਮ ਕੀ ਸੀ ਜੀ? ਸੋ ਇਹਨਾਂ ਦੀ ਮਾਤਾ ਦਾ ਨਾਮ ਤ੍ਰਿਸ਼ਲਾ ਸੀ। ਇਹ ਦੋਨੋਂ ਤਾਂ ਕਰਕੇ ਐਡ ਕੀਤੇ ਨੇ ਕਿਉਂਕਿ ਕਈ ਵਾਰ ਦੋਨੇ ਪੁੱਛ ਲੈਂਦੇ ਹੁੰਦੇ ਨੇ, ਮੀਨਜ਼ ਦੋਨਾਂ ਚੋਂ ਇੱਕ ਪੁੱਛ ਲੈਂਦੇ ਹੁੰਦੇ ਨੇ। ਓਕੇ, ਨੈਕਸਟ ਕੁਐਸਚਨ ਹੈ ਜੀ, ਭਗਵਾਨ ਮਹਾਵੀਰ ਦਾ ਵਿਆਹ ਕਿਸ ਨਾਲ ਹੋਇਆ ਸੀ ਜੀ? ਸੋ ਯਸ਼ੋਦਾ ਸੀਗੀ, ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਵਿਆਹ ਹੋਇਆ ਸੀ ਭਗਵਾਨ ਮਹਾਵੀਰ ਜੀ ਦਾ। ਮਹਾਵੀਰ ਜੀ ਦੀ ਪੁੱਤਰੀ ਦਾ ਨਾਮ ਕੀ ਸੀ ਜੀ? ਇਹ ਵੀ ਨੋਟ ਕਰ ਲਿਓ, ਪ੍ਰਿਆ ਦਰਸ਼ਨਾ ਜਾਂ ਫਿਰ ਅਨੁਜਾ। ਇਹਨਾਂ ਦੋਨਾਂ ਨਾਮਾਂ ਨਾਲ ਜਾਣੀ ਜਾਂਦੀ ਸੀਗੀ, ਜੋ ਕਿ ਭਗਵਾਨ ਮਹਾਵੀਰ ਜੀ ਦੀ ਪੁੱਤਰੀ ਸੀ। ਨੈਕਸਟ ਹੈ ਜੀ, ਭਗਵਾਨ ਮਹਾਵੀਰ ਜੀ ਨੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਆਪਣਾ ਘਰ ਤਿਆਗ ਦਿੱਤਾ ਸੀ? ਸੋ ਇਹਨਾਂ ਨੇ ਵੀ ਜਿਹੜਾ ਆਪਣਾ ਘਰ ਤਿਆਗ ਦਿੱਤਾ ਸੀਗਾ, ਠੀਕ ਹੈ। ਜਿਸ ਤਰੀਕੇ ਦੇ ਨਾਲ ਮਹਾਤਮਾ ਬੁੱਧ ਨੇ ਤੇ ਜਿਸ ਤਰੀਕੇ ਦੇ ਨਾਲ ਜੈਨ ਧਰਮ ਨੇ ਜਿਹੜਾ ਘਰ ਤਿਆਗਿਆ ਹੈ, ਠੀਕ ਹੈ, ਯਾਨੀ ਕਿ ਮਹਾਵੀਰ ਨੇ, ਇਹ ਘਟਨਾਵਾਂ ਬਹੁਤ ਬਹੁਤ ਪ੍ਰਸਿੱਧ ਮੰਨੀਆਂ ਜਾਂਦੀਆਂ ਨੇ ਕਿਉਂਕਿ ਇਹਦੇ ਨਾਲ ਇੱਕ ਬਹੁਤ ਵੱਡਾ ਪਰਿਵਰਤਨ, ਇੱਕ ਨਵੇਂ ਧਰਮ ਦੀ ਜਿਹੜੀ ਹੈ ਉਹ ਸਥਾਪਨਾ ਹੋਈ ਸੀਗੀ। ਤਾਂ 30 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈ, ਇਹ ਬਹੁਤ ਵਾਰ ਪੁੱਛਿਆ ਹੋਇਆ ਹੈ, ਇਸ ਕਰਕੇ ਨੋਟ ਕੀਤਾ ਹੈ। ਓਕੇ, ਤਾਂ ਭਗਵਾਨ ਮਹਾਵੀਰ ਨੇ ਜਿਹੜਾ ਹੈ 30 ਸਾਲ ਦੀ ਉਮਰ ਦੇ ਵਿੱਚ ਆਪਣਾ ਘਰ ਤਿਆਗ ਦਿੱਤਾ ਸੀ। ਮਹਾਵੀਰ ਨੇ ਕਿੰਨੇ ਸਾਲਾਂ ਤੱਕ ਕਠੋਰ ਤਪ ਕੀਤਾ ਜੀ? ਸੋ ਇਹਨਾਂ ਨੇ 12 ਸਾਲ ਤੱਕ ਕੀਤਾ ਸੀ ਤੇ ਮਹਾਤਮਾ ਬੁੱਧ ਨੇ 6 ਸਾਲਾਂ ਤੱਕ ਜਿਹੜਾ ਕਠੋਰ ਤਪ ਕੀਤਾ ਸੀ। ਨੈਕਸਟ ਹੈ ਜੀ, ਸਵਾਮੀ ਮਹਾਵੀਰ ਨੂੰ ਕੇਵਲ ਜੀ ਜਿਹੜਾ ਕਿੱਥੇ ਪ੍ਰਾਪਤ ਹੋਇਆ ਹੈ? ਕੇਵਲ ਤੋਂ ਮਤਲਬ ਹੈ ਗਿਆਨ ਦੀ ਜਿਹੜੀ ਪ੍ਰਾਪਤੀ ਹੈ ਉਹ ਭਗਵਾਨ ਮਹਾਵੀਰ ਨੂੰ ਕਦੋਂ ਹੋਈ ਸੀਗੀ? ਇੱਥੇ ਪੁੱਛਿਆ ਗਿਆ ਹੈ ਕਿ ਕਿੱਥੇ ਹੋਈ ਸੀ, ਕਿਹੜੇ ਸਥਾਨ ਵਿਖੇ ਹੋਈ ਸੀ ਜੀ? ਸੋ ਸਥਾਨ ਦਾ ਨਾਮ ਸੀ ਜੀ ਜਰਮ ਭਵਿਖ ਗ੍ਰਾਮ। ਸੋ ਇਸ ਸਥਾਨ ਵਿਖੇ ਜਿਹੜਾ ਹੈ ਸਵਾਮੀ ਮਹਾਵੀਰ ਜੀ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਸੀਗੀ। ਨੈਕਸਟ ਹੈ ਜੀ, ਸਵਾਮੀ ਮਹਾਵੀਰ ਜੀ ਨੂੰ ਗਿਆਨ ਦੀ ਪ੍ਰਾਪਤੀ ਕਿੰਨੇ ਸਾਲ ਦੀ ਉਮਰ ਦੇ ਵਿੱਚ ਹੋਈ ਸੀ ਜੀ? ਸੋ ਇਸ ਸਮੇਂ ਉਹਨਾਂ ਦੀ 42 ਸਾਲ ਦੀ ਉਮਰ ਹੋ ਚੁੱਕੀ ਸੀਗੀ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀਗੀ। 30 ਸਾਲ ਦੀ ਉਮਰ ਦੇ ਵਿੱਚ ਉਹ ਘਰੇ ਚੱਲੇ ਸੀਗੇ ਤੇ 12 ਸਾਲ ਜਿਹੜਾ ਹੈ ਕਠੋਰ ਤਪ ਕੀਤਾ ਸੀ, ਤਾਂ ਟੋਟਲ 42 ਸਾਲ ਹੋ ਜਾਂਦੇ ਹੈਗੇ ਆ। ਨੈਕਸਟ ਹੈ, ਸਵਾਮੀ ਮਹਾਵੀਰ ਨੇ ਕਿੰਨੇ ਵਰੇ ਧਰਮ ਦਾ ਪ੍ਰਚਾਰ ਕੀਤਾ? ਤਾਂ ਟੋਟਲ ਉਹਨਾਂ ਨੇ 30 ਸਾਲ ਦੀ ਉਮਰ ਤੱਕ ਜਿਹੜਾ ਹੈ ਧਰਮ ਦਾ ਪ੍ਰਚਾਰ ਕੀਤਾ ਔਰ ਇਸੇ ਆਧਾਰ ਦੇ ਉੱਪਰ 42 ਸਾਲ ਦੀ ਉਮਰ ਦੇ ਵਿੱਚ ਗਿਆਨ ਪ੍ਰਾਪਤੀ, 30 ਸਾਲ ਜਿਹੜਾ ਹੈ ਪ੍ਰਚਾਰ ਕੀਤਾ, ਤਾਂ ਟੋਟਲ 72 ਸਾਲ ਤੱਕ ਉਹ ਜੀਵਿਤ ਰਹੇ ਸੀਗੇ। ਨੈਕਸਟ ਹੈ, ਸਵਾਮੀ ਮਹਾਵੀਰ ਜੀ ਦੀ ਨਿਰਵਾਣ ਸਮੇਂ ਉਮਰ ਕਿੰਨੀ ਸੀ ਜੀ? ਹੁਣੇ ਦੱਸਿਆ ਹੈ 72 ਸਾਲ ਸੀ ਕਿਉਂਕਿ 42 ਸਾਲ ਦੀ ਉਮਰ ਦੇ ਵਿੱਚ ਗਿਆਨ ਦੀ ਪ੍ਰਾਪਤੀ, 30 ਸਾਲ ਫਿਰ ਧਰਮ ਦਾ ਪ੍ਰਚਾਰ ਕੀਤਾ, ਟੋਟਲ 72 ਸਾਲ। ਨੈਕਸਟ ਹੈ, ਸਵਾਮੀ ਮਹਾਵੀਰ ਜੀ ਨੂੰ ਮੁਕਤੀ ਕਦੋਂ ਪ੍ਰਾਪਤ ਹੋਈ? ਤਾਂ ਸਾਲ ਦਾ ਨਾਮ ਹੈ ਜੀ 527 ਈਸਵੀ ਪੂਰਵ। ਨੈਕਸਟ ਹੈ ਜੀ, ਸਵਾਮੀ ਮਹਾਵੀਰ ਜੀ ਨੂੰ ਨਿਰਵਾਣ ਦੀ ਪ੍ਰਾਪਤੀ ਕਿਸ ਸਥਾਨ ਵਿਖੇ ਹੋਈ? ਇਹ ਬਹੁਤ ਬਹੁਤ ਇੰਪੋਰਟੈਂਟ ਹੈ ਜੀ। ਇਹ ਪਾਵਾ ਨਾਮੀ ਸਥਾਨ ਸੀ, ਇਸ ਸਥਾਨ ਵਿਖੇ ਜਿਹੜਾ ਹੈ ਉਹਨਾਂ ਨੂੰ ਨਿਰਵਾਣ ਦੀ ਪ੍ਰਾਪਤੀ ਹੋਈ ਸੀ। ਨਿਰਵਾਣ ਦਾ ਮਤਲਬ ਹੈ ਕਿ ਮੁਕਤੀ ਮਿਲੀ ਹੈ, ਠੀਕ ਹੈ, ਮਤਲਬ ਕਿ ਉਹਨਾਂ ਦੀ ਡੈਥ ਹੋ ਗਈ ਸੀ, ਇਸ ਨਾਲ ਡਿਫਾਈਨ ਕੀਤਾ ਜਾਂਦਾ ਨਾ, ਤਾਂ ਉੱਥੇ ਇਹਨਾਂ ਨੂੰ ਨਿਰਵਾਣ ਦੀ ਜਿਹੜੀ ਪ੍ਰਕਿਰਿਆ ਕਿਹਾ ਜਾਂਦਾ ਹੈ। ਨੈਕਸਟ ਹੈ ਜੀ, ਜੈਨ ਧਰਮ ਦੇ ਪ੍ਰਮੁੱਖ ਸਿਧਾਂਤ ਕਿੰਨੇ ਸੀਗੇ ਜੀ? ਮੇਨ 3 ਸੀਗੇ ਉਹਦੇ ਵਿੱਚ। ਇੱਕ ਤਾਂ ਤ੍ਰਿਰਤਨ ਸੀ ਜੋ ਪਹਿਲਾਂ ਆਪਾਂ ਡਿਸਕਸ ਕਰ ਲਿਆ ਹੈ, ਫਿਰ ਕਠੋਰ ਤਪ ਵੀ ਕਰਨਾ ਜ਼ਰੂਰੀ ਹੈ ਉਸ ਦੇ ਵਿੱਚ, ਅਤੇ ਅਹਿੰਸਾ ਦੇ ਜਿਹੜਾ ਹੈ ਪੁਜਾਰੀ ਹੋਣਾ ਚਾਹੀਦਾ ਹੈ, ਹਿੰਸਾ ਨਹੀਂ ਕਰਨੀ ਚਾਹੀਦੀ। ਨੈਕਸਟ ਹੈ, ਜਨਮਤ ਦੇ ਵਿੱਚ ਨਿਰਵਾਣ ਤੋਂ ਭਾਵ ਹੈ ਜੀ ਆਵਾਗਾਉਣ ਦੇ ਚੱਕਰ ਤੋਂ ਮੁਕਤੀ, ਮਤਲਬ ਕਿ ਇਸ ਸੰਸਾਰ ਤੋਂ ਤਰ ਜਾਂਦਾ ਬੰਦਾ, ਉਸਨੂੰ ਦੁਬਾਰਾ ਜਿਹੜਾ ਹੈ ਨਾ ਜੀਵਨ ਜਾਂ ਜਨਮ ਜਿਹੜਾ ਹੈ ਉਹ ਨਹੀਂ ਲੈਣਾ ਪੈਂਦਾ ਇਹਨਾਂ ਦੇ ਅਕੋਰਡਿੰਗ। ਚੰਦਰਗੁਪਤ ਮੌਰੀਆ ਦੇ ਸਮੇਂ ਜਨਮਤ ਕਿੰਨੀਆਂ ਸੰਪਰਦਾਵਾਂ ਦੇ ਵਿੱਚ ਵੰਡਿਆ ਗਿਆ ਸੀ ਜੀ? ਤਾਂ ਟੋਟਲ ਉਸ ਸਮੇਂ 2 ਸੰਪਰਦਾਵਾਂ ਦੇ ਵਿੱਚ ਵੰਡਿਆ ਗਿਆ ਸੀ ਚੰਦਰਗੁਪਤ ਮੌਰੀਆ ਦੇ ਸਮੇਂ। ਨੈਕਸਟ ਹੈ, ਜਨਮਤ ਦੀਆਂ ਸੰਪਰਦਾਵਾਂ। ਤਾਂ ਦਿਗੰਬਰ ਜਿਹੜੇ ਕਿ ਕੱਪੜੇ ਨਹੀਂ ਪਾਉਂਦੇ ਸੀ ਤੇ ਦੂਸਰੇ ਸੀਗੇ ਸਵਿਤੰਬਰ। ਨੈਕਸਟ ਹੈ ਜੀ, ਸਵਿਤੰਬਰ ਸੰਪਰਦਾ ਦੇ ਸਮਰਥਕ ਕਿਸ ਰੰਗ ਦੇ ਕੱਪੜੇ ਪਾਉਂਦੇ ਸੀਗੇ ਜੀ? ਤਾਂ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਸੀ, ਜੋ ਤੁਹਾਨੂੰ ਅੱਜ ਵੀ ਮਿਲ ਜਾਣਗੇ ਤੁਹਾਡੇ ਸ਼ਹਿਰਾਂ ਦੇ ਵਿੱਚ। ਓਕੇ, ਤਾਂ 2 ਜਿਹੜੀਆਂ ਸੰਪਰਦਾਵਾਂ ਸੀ, ਇੱਕ ਦਿਗੰਬਰ ਸੀ ਤੇ ਦੂਸਰੀ ਸਵਿਤੰਬਰ ਸੀ। ਦਿਗੰਬਰ ਵਾਲੇ ਸੀ ਜਿਹੜੇ ਉਹ ਕੱਪੜੇ ਨਹੀਂ ਪਾਉਂਦੇ ਸੀਗੇ, ਠੀਕ ਹੈ, ਨਗਨ ਰਹਿੰਦੇ ਸੀ, ਅਤੇ ਸਵਿਤੰਬਰ ਵਾਲੇ ਸੀ ਜਿਹੜੇ ਉਹ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਹੁੰਦੇ ਸੀਗੇ, ਠੀਕ ਹੈ। ਦੋਨੋਂ ਡਿਫਰੈਂਸ ਜਿਹੜੇ ਆ ਉਹ ਯਾਦ ਰੱਖਣਾ ਬਾਈ, ਦੋਨੋਂ ਹੀ ਬਹੁਤ ਬਹੁਤ ਇੰਪੋਰਟੈਂਟ ਨੇਗੇ।
ਸੋ ਇਹ ਸੀ ਅੱਜ ਦੇ ਸਾਡੇ MCQs। ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਹੈਲਪਫੁਲ ਰਹਿਣਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।